ਮੇਰੇ ਪਿਆਰੇ ਵਿਦਿਆਰਥੀਓ, ਅੱਜ ਆਪਾਂ 11ਵੀਂ ਵੋਕੇਸ਼ਨਲ ਜਮਾਤ ਦੇ ਜਨਰਲ ਫਾਊਂਡੇਸ਼ਨ ਕੋਰਸ ਵਿਸ਼ੇ ਦੇ ਪਹਿਲੇ 3 ਟੌਪਿਕ ਜਿਹੜੇ ਪਹਿਲੇ ਪਾਠ ਦੇ ਵਿੱਚ ਮੌਜੂਦ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਹ 3 ਟੌਪਿਕ ਕਿਹੜੇ-ਕਿਹੜੇ ਨੇ? ਪਹਿਲਾ ਟੌਪਿਕ ਉਦਮੀ, ਦੂਜਾ ਟੌਪਿਕ ਉਦਮਤਾ ਤੇ ਤੀਜਾ ਟੌਪਿਕ ਉਦਮੀ ਦੇ ਗੁਣ। ਕਿਹੜੇ-ਕਿਹੜੇ? ਉਦਮੀ, ਉਦਮਤਾ ਤੇ ਉਦਮੀ ਦੇ ਗੁਣ। ਇਹ ਅਸਲ ਵਿੱਚ ਬੇਸਿਕ ਜਿਹੇ ਟੌਪਿਕ ਨੇ, ਜਿਹੜੇ ਟੌਪਿਕਸ ਤੋਂ ਬਿਨਾ ਸਾਰੀ ਜਨਰਲ ਫਾਊਂਡੇਸ਼ਨ ਸਮਝ ਨਹੀਂ ਲੱਗ ਸਕਦੀ। ਮਤਲਬ ਇਹ ਆਧਾਰ ਨੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਚੱਲਦੇ ਹਾਂ ਪਹਿਲੇ ਟੌਪਿਕ ਤੇ। ਉਦਮੀ ਕੌਣ ਹੁੰਦਾ? ਉਦਮੀ ਉਹ ਵਿਅਕਤੀ ਹੁੰਦਾ ਜਿਹੜਾ ਕਿਸੇ ਉਦਯੋਗ ਦੀ ਸ਼ੁਰੂਆਤ ਕਰਦਾ। ਮੰਨ ਲਓ ਬੱਚਿਓ, ਤੁਹਾਡੇ ਵਿੱਚੋਂ ਹੀ ਕੋਈ ਵਿਦਿਆਰਥੀ ਵੱਡਾ ਹੋ ਕੇ +2 ਕਰਨ ਤੋਂ ਬਾਅਦ ਖੁਦ ਕੋਈ ਛੋਟੇ ਪੱਧਰ ਦੀ ਜਾਂ ਵੱਡੇ ਪੱਧਰ ਦੀ ਕੱਪੜਾ ਬਣਾਉਣ ਵਾਲੀ ਮਸ਼ੀਨ ਲਗਾ ਕੇ ਕੋਈ ਇੰਡਸਟਰੀ ਲਗਾ ਲੈਂਦਾ, ਤਾਂ ਉਹ ਉਦਯੋਗ ਦੀ ਸ਼ੁਰੂਆਤ ਕਰਦਾ। ਤਾਂ ਉਹਨੂੰ ਆਪਾਂ ਕੀ ਕਹਾਂਗੇ? ਉਦਮੀ। ਮਤਲਬ ਕੋਈ ਵੀ ਵਿਅਕਤੀ ਹੋਵੇ ਜਿਹੜਾ ਉਦਯੋਗ ਦੀ ਸ਼ੁਰੂਆਤ ਕਰਦਾ, ਉਹ ਉਦਮੀ ਕਹਾਉਂਦਾ। ਇਹ ਇੱਕੋ ਦਮ ਉਦਯੋਗ ਦੀ ਸ਼ੁਰੂਆਤ ਨਹੀਂ ਕਰ ਸਕਦਾ ਵੀ ਬਿਨਾਂ ਸੋਚੇ ਉਦਯੋਗ ਦੀ ਸ਼ੁਰੂਆਤ ਕਰਦੇ। ਇੱਕੋ ਦਮ ਦਾ ਕੰਮ ਨਹੀਂ ਹੈਗਾ। ਇਹਦੇ ਬਾਰੇ ਉਦਮੀ ਨੂੰ ਬਹੁਤ ਕੁਝ ਕਰਨਾ ਪੈਂਦਾ। ਮਤਲਬ ਪਹਿਲਾਂ ਸੋਚਦਾ, ਵਿਚਾਰ ਕਰਦਾ, ਦਿਮਾਗ ਦੇ ਵਿੱਚ ਸੋਚਦਾ ਵੀ ਇਹ ਕੰਮ ਦਾ ਫਾਇਦਾ ਜਾਂ ਨਹੀਂ ਫਾਇਦਾ, ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਫਿਰ ਵਿਚਾਰ ਕਰਦਾ, ਆਲੇ ਦੁਆਲੇ ਦੋਸਤਾਂ ਮਿੱਤਰਾਂ ਨਾਲ ਵੀ ਫਾਇਦਾ ਜਾਂ ਨਹੀਂ ਫਾਇਦਾ। ਫਿਰ ਉਹ ਸੋਚ ਸਮਝ ਕੇ ਉਦੇਸ਼ ਤੈਅ ਕਰਦਾ ਵੀ ਚਲੋ ਮੈਂ ਕੰਮ ਕਰਨਾ। ਫਿਰ ਉਹ ਇਹ ਵੀ ਦੇਖਦਾ ਵੀ ਇਹਦੇ ਲਾਭ ਜਾਂ ਹਾਨੀਆਂ ਤਾਂ ਨਹੀਂ, ਵੀ ਚਲੋ ਮੈਂ ਕੰਮ ਤਾਂ ਕਰਨਾ, ਲਾਭ ਜਾਂ ਹਾਨੀਆਂ ਤਾਂ ਨਹੀਂ। ਜੇ ਉਹਨੂੰ ਲੱਗਦਾ ਕੋਈ ਲਾਭ ਜਾਂ ਹਾਨੀ ਹੈ, ਫਿਰ ਉਹ ਕੰਮ ਨਹੀਂ ਕਰੂਗਾ। ਠੀਕ ਹੈ। ਫਿਰ ਉਦਮੀ ਸਾਰਾ ਕੁਝ ਸੋਚ ਸਮਝ ਕੇ, ਸਾਰੇ ਲਾਭ ਹਾਨੀਆਂ ਬਾਰੇ ਜਾਣ ਕੇ ਕਿਸੇ ਉਦਯੋਗ ਦੀ ਸ਼ੁਰੂਆਤ ਆਪਣੇ ਰਿਸਕ ਤੇ ਕਰਦਾ। ਮਤਲਬ ਆਪਣਾ ਹੀ ਪੈਸਾ, ਆਪਣਾ ਹੀ ਲਾਭ, ਉਹਦਾ ਹੀ ਰਿਸਕ ਆ, ਕਿਉਂਕਿ ਅਸਲ ਵਿੱਚ ਪੈਸਾ ਉਹੀ ਨਿਵੇਸ਼ ਕਰਦਾ। ਇਹ ਇੱਕ ਤਰ੍ਹਾਂ ਦਾ ਸਵੈ ਰੁਜ਼ਗਾਰੀ ਹੋ ਗਿਆ। ਜਿਵੇਂ ਆਪਾਂ ਨੂੰ ਪਤਾ 2 ਕਿਸਮ ਦਾ ਰੁਜ਼ਗਾਰ ਹੁੰਦਾ, ਸਵੈ ਤੇ ਵੇਤਨ ਰੁਜ਼ਗਾਰ। ਸਵੈ ਰੁਜ਼ਗਾਰ ਜਿਹੜਾ ਖੁਦ ਸ਼ੁਰੂ ਕਰਦਾ, ਵੇਤਨ ਰੁਜ਼ਗਾਰ ਜਿਹੜਾ ਆਪਾਂ ਕਿਸੇ ਦੇ ਅਧੀਨ ਨੌਕਰੀ ਕਰਦੇ ਹਾਂ। ਤਾਂ ਇਹ ਵੀ ਇੱਕ ਕਿਸਮ ਦਾ ਸਵੈ ਰੁਜ਼ਗਾਰ ਹੀ ਹੋ ਗਿਆ। ਇਹਦੇ ਵਿੱਚ ਨਿਵੇਸ਼ ਦੀ ਮਾਤਰਾ ਕਿੰਨੀ ਕਰਦਾ ਉਦਮੀ, ਉਹ ਸਭ ਗੱਲਾਂ ਬਾਅਦ ਦੀਆਂ ਨੇ। ਮਤਲਬ ਕਿੰਨਾ, ਜੋ ਮਰਜ਼ੀ ਨਿਵੇਸ਼ ਕਰੇ, ਚਾਹੇ ਲੱਖ ਰੁਪਏ ਨਾਲ ਸ਼ੁਰੂ ਕਰੇ, ਚਾਹੇ 20 ਲੱਖ ਨਾਲ, ਪਰ ਕਹਾਂਗੇ ਆਪਾਂ ਉਸ ਬੰਦੇ ਨੂੰ ਉਦਮੀ ਹੀ ਕਹਾਂਗੇ। ਇਸ ਤੋਂ ਇਲਾਵਾ ਹੋਰ ਉਦਮੀ ਕੀ ਕੁਝ ਕਰਦਾ? ਦੇਖੋ, ਲੇਬਰ ਦਾ ਪ੍ਰਬੰਧ ਕਰਦਾ ਉਦਯੋਗ ਲਈ, ਮਸ਼ੀਨਰੀ ਦਾ ਪ੍ਰਬੰਧ ਕਰਦਾ, ਪੂੰਜੀ ਦਾ ਪ੍ਰਬੰਧ ਕਰਦਾ, ਜਗ੍ਹਾ ਦਾ ਪ੍ਰਬੰਧ ਕਰਦਾ। ਇਹ ਸਾਰੇ ਪ੍ਰਬੰਧ ਉਦਮੀ ਹੀ ਕਰਦਾ। ਫਿਰ ਉਸ ਤੋਂ ਬਾਅਦ ਉਦਯੋਗ ਦੀ ਸ਼ੁਰੂਆਤ ਕਰਦਾ। ਦੇਖੋ, ਆਹ ਚੀਜ਼ਾਂ ਦਾ ਪ੍ਰਬੰਧ ਕਰਦਾ, ਲੇਬਰ, ਮਸ਼ੀਨਰੀ, ਪੂੰਜੀ, ਜਗ੍ਹਾ ਆਦਿ। ਅੱਛਾ, ਇਹ ਕੰਮ ਇੱਕ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤਾਂ ਉਦਮੀ ਦੇ ਵਿੱਚ ਵੀ ਕੋਈ ਵਿਸ਼ੇਸ਼ ਗੁਣ ਹੋਣੇ ਚਾਹੀਦੇ ਨੇ। ਹੁਣ ਇੱਕ ਵਿਅਕਤੀ ਜਿਹੜਾ ਮੌਜ ਨਾਲ ਸੌਂਦਾ, ਮੌਜ ਨਾਲ ਖਾਂਦਾ, ਮੌਜ ਨਾਲ ਪੀਂਦਾ, ਉਹਨੂੰ ਕੋਈ ਟੈਨਸ਼ਨ ਨਹੀਂ, ਉਹਨੂੰ ਕੋਈ ਕੰਮ ਦੀ ਟੈਨਸ਼ਨ ਨਹੀਂ, ਉਹ ਕੁਝ ਬਣਨਾ ਨਹੀਂ ਚਾਹੁੰਦਾ, ਉਹਦੇ 'ਚ ਨਾ ਕੋਈ ਕੌਨਫੀਡੈਂਸ ਆ, ਤਾਂ ਅਜਿਹਾ ਵਿਅਕਤੀ ਉਦਯੋਗ ਦੀ ਸ਼ੁਰੂਆਤ ਨਹੀਂ ਕਰ ਸਕਦਾ। ਜੇ ਕਰ ਵੀ ਲੈਂਦਾ ਧੱਕੇ ਨਾਲ, ਫਿਰ ਉਹ ਉਦਯੋਗ ਨੂੰ ਫੇਲ ਹੀ ਕਰੂਗਾ। ਇਸ ਲਈ ਉਦਮੀ ਦੇ ਵਿੱਚ ਵੀ ਕੁਝ ਗੁਣ ਹੋਣੇ ਚਾਹੀਦੇ ਨੇ। ਵੈਸੇ ਤਾਂ ਆਪਾਂ ਇਸੇ ਵੀਡੀਓ ਦੇ ਵਿੱਚ ਵਿਸਤਾਰ ਦੇ ਵਿੱਚ ਪੜਾਂਗੇ, ਪਰ ਫਿਰ ਵੀ ਬੇਸਿਕ ਜੇ ਸਵੈ ਵਿਸ਼ਵਾਸ ਹੋਣਾ ਚਾਹੀਦਾ, ਸਵੈ ਪ੍ਰੇਰਿਤ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਜੋਖਿਮ ਉਠਾਉਣ ਵਾਲਾ, ਇਹ ਆਪਾਂ ਡਿਟੇਲ ਦੇ ਵਿੱਚ ਅੱਗੇ ਪੜਾਂਗੇ ਇਸੇ ਵੀਡੀਓ ਦੇ ਵਿੱਚ। ਤਾਂ ਕੁੱਲ ਮਿਲਾ ਕੇ ਆਪਾਂ ਕੀ ਕਹਾਂਗੇ? ਉਦਮੀ ਕੌਣ ਹੁੰਦਾ? ਜਿਹੜਾ ਵਿਅਕਤੀ ਕਿਸੇ ਉਦਯੋਗ ਦੀ ਸ਼ੁਰੂਆਤ ਕਰਦਾ, ਉਹਨੂੰ ਆਪਾਂ ਉਦਮੀ ਕਹਿੰਦੇ ਆ। ਉਦਯੋਗ ਛੋਟੇ ਲੈਵਲ ਦਾ ਵੀ ਹੋ ਸਕਦਾ, ਉਦਯੋਗ ਵੱਡੇ ਲੈਵਲ ਦਾ ਵੀ ਹੋ ਸਕਦਾ। ਉਦਯੋਗ ਉਹਦੇ ਦੁਆਰਾ ਇਕੱਲੇ ਰੂਪ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ, ਉਹਦੇ ਦੁਆਰਾ ਕਿਸੇ ਦੇ ਨਾਲ ਮਿਲ ਕੇ ਵੀ ਸ਼ੁਰੂ ਕੀਤਾ ਜਾ ਸਕਦਾ। ਇਹ ਸੀਗਾ ਉਦਮੀ। ਹੁਣ ਦੇਖੋ ਦੂਜਾ ਟੌਪਿਕ ਉਦਮਤਾ। ਉਦਮਤਾ ਦਾ ਮਤਲਬ ਕੀ ਆ? ਉਦਯੋਗ ਦੀ ਸ਼ੁਰੂਆਤ ਕਰਨਾ। ਉਦਮਤਾ ਦਾ ਮਤਲਬ ਉਦਯੋਗ ਦੀ ਸ਼ੁਰੂਆਤ ਕਰਨਾ। ਤਾਂ ਮਤਲਬ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਵੀ ਉਦਮੀ ਕੌਣ ਆ? ਜਿਹੜਾ ਉਦਯੋਗ ਦੀ ਸ਼ੁਰੂਆਤ ਕਰਦਾ। ਤੇ ਉਦਮਤਾ ਕੀ ਆ? ਉਦਯੋਗ ਦੀ ਸ਼ੁਰੂਆਤ ਕਰਨ ਦੀ ਪ੍ਰਕਿਰਿਆ, ਜਾਂ ਮਤਲਬ ਉਦਯੋਗ ਦੀ ਸ਼ੁਰੂਆਤ ਨੂੰ ਆਪਾਂ ਉਦਮਤਾ ਕਹਿੰਦੇ ਆ। ਇਹ ਇੱਕ ਤਰ੍ਹਾਂ ਦਾ ਸਿਧਾਂਤ ਹੁੰਦਾ ਗਾ, ਜਿਹਦੇ ਆਧਾਰ ਤੇ ਕੋਈ ਉਦਮੀ ਨਵੇਂ ਉਦਯੋਗ ਜਾਂ ਸੇਵਾਵਾਂ ਜਾਂ ਕਿਸੇ ਵਪਾਰ ਦੀ ਸ਼ੁਰੂਆਤ ਕਰਦਾ। ਉਦਮਤਾ ਦਾ ਮੁੱਖ ਉਦਮਤਾ ਮਤਲਬ ਉਦਯੋਗੀਕਰਨ, ਉਦਯੋਗ ਦਾ ਵਿਕਾਸ ਕਰਨਾ, ਉਦਯੋਗਾਂ ਦੀ ਸ਼ੁਰੂਆਤ ਕਰਨਾ, ਉਦਯੋਗਾਂ ਨੂੰ ਫੈਲਾਉਣਾ, ਵਪਾਰ ਸ਼ੁਰੂ ਕਰਨਾ।
ਇਹਦਾ ਉਦਮਤਾ ਦਾ ਮੁੱਖ ਉਦੇਸ਼ ਕੀ ਹੈ? ਲਾਭ ਕਮਾਉਣਾ, ਕੁੱਲ ਮਿਲਾ ਕੇ ਤਾਂ ਲਾਭ ਕਮਾਉਣਾ। ਪਰ ਇਹ ਨਹੀਂ ਹੈਗਾ ਵੀ ਦੇਖੋ ਕੱਲੇ ਖੁਦ ਦਾ ਲਾਭ ਕਮਾਉਣ ਲਈ ਆਪਾਂ ਕਿਸੇ ਦਾ ਨੁਕਸਾਨ ਕਰੀਏ, ਇਹ ਉਦਮਤਾ ਦਾ ਉਦੇਸ਼ ਨਹੀਂ ਹੈਗਾ। ਕਹਿਣ ਦਾ ਭਾਵ, ਮੰਨੋ ਤੁਸੀਂ ਇੱਕ ਇੰਡਸਟਰੀ ਲਗਾਈ ਜਿਹਦੇ ਵਿੱਚ ਤੁਹਾਨੂੰ ਪਤਾ ਅਜਿਹੇ ਪ੍ਰੋਡਕਟ ਦੀ ਪੈਦਾਵਾਰ ਹੋ ਰਹੀ ਹੈ ਜਿਹਦੀ ਸੇਲ ਬਹੁਤ ਜ਼ਿਆਦਾ ਹੋਊਗੀ ਤੇ ਤੁਸੀਂ ਬਹੁਤ ਜ਼ਿਆਦਾ ਲਾਭ ਕਮਾਓਗੇ, ਪਰ ਉਸ ਪ੍ਰੋਡਕਟ ਦਾ ਜਾਂ ਤਾਂ ਕੋਈ ਮਨੁੱਖੀ ਸਰੀਰ ਦੇ ਉੱਪਰ ਹਾਨੀਕਾਰਕ ਪ੍ਰਭਾਵ ਹੋਵੇ, ਜਾਂ ਤੁਹਾਡੀ ਪ੍ਰੋਡਕਟ ਦੇ ਪੈਦਾਵਾਰ ਦੇ ਦੌਰਾਨ ਇੰਡਸਟਰੀ ਦੇ ਵਿੱਚੋਂ ਕੋਈ ਪ੍ਰਦੂਸ਼ਣ ਕਿਸੇ ਵੀ ਕਿਸਮ ਦਾ ਪੈਦਾ ਹੋ ਰਿਹਾ ਹੋਵੇ, ਤਾਂ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ। ਤਾਂ ਉਹ ਅਜਿਹੇ ਕੰਮ ਦੀ ਸ਼ੁਰੂਆਤ ਕਰਨਾ ਉਦਮਤਾ ਦਾ ਉਦੇਸ਼ ਨਹੀਂ ਹੈਗਾ। ਉਦਮਤਾ ਦੇ ਅਨੁਸਾਰ ਕੀ ਆ? ਪੂੰਜੀ, ਜ਼ਮੀਨ, ਲੇਬਰ, ਇਹਨਾਂ ਸਾਰੇ ਤੱਤਾਂ ਨੂੰ ਮਿਲਾਓ ਤੇ ਉਦਯੋਗ ਦੀ ਸ਼ੁਰੂਆਤ ਕਰੋ। ਠੀਕ ਹੈ, ਹੁਣ ਤੁਸੀਂ ਇਹ ਵੀ ਸਮਝ ਹੀ ਲਿਆ ਵੀ ਉਦਮਤਾ ਤੇ ਸਵੈ ਰੁਜ਼ਗਾਰ 'ਚ ਬੜਾ ਫਰਕ ਨਹੀਂ ਹੁੰਦਾ, ਕਿਉਂਕਿ ਉਦਮਤਾ ਦੇ ਵਿੱਚ ਵੀ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਸਵੈ ਰੁਜ਼ਗਾਰ ਦੇ ਵਿੱਚ ਵੀ। ਉਦਮਤਾ ਦਾ ਕਾਰਜਕਰਤਾ ਉਦਮੀ, ਕਾਰਜਕਰਤਾ ਦਾ ਮਤਲਬ ਵੀ ਜੇ ਉਦਮੀ ਨਾ ਹੋਵੇ ਤਾਂ ਉਦਮਤਾ ਤਾਂ ਹੋ ਹੀ ਨਹੀਂ ਸਕਦੀ, ਉਦਮਤਾ ਤਾਂ ਵਾਪਰ ਹੀ ਨਹੀਂ ਸਕਦੀ, ਉਦਮਤਾ ਦੀ ਪ੍ਰਕਿਰਿਆ ਤਾਂ ਵਾਪਰ ਹੀ ਨਹੀਂ ਸਕਦੀ, ਕਿਉਂਕਿ ਉਦਮੀ ਮਤਲਬ ਕੌਣ? ਕੋਈ ਨਾ ਕੋਈ ਜਿਹੜਾ ਕੰਮ ਸ਼ੁਰੂ ਕਰੂ। ਜੇ ਕੰਮ ਹੀ ਨਹੀਂ ਸ਼ੁਰੂ ਕਰੂਗਾ ਫਿਰ ਉਦਮਤਾ ਕਿੱਥੋਂ ਹੋ ਜੂਗੀ? ਠੀਕ ਹੈ, ਇਸ ਲਈ ਆਪਾਂ ਉਦਮਤਾ ਦਾ ਕਾਰਜਕਰਤਾ ਉਦਮੀ ਨੂੰ ਕਹਿੰਦੇ ਆ। ਚਲੋ ਜੀ, ਆਪਾਂ ਚੱਲਦੇ ਹਾਂ ਤੀਜੇ ਪੁਆਇੰਟ ਤੇ। ਉਦਯੋਗ ਦੀ ਕਾਮਯਾਬੀ ਲਈ ਉਦਮੀ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦਾ। ਉਦਮੀ ਹੀ ਉਦਯੋਗ ਨੂੰ ਕਾਮਯਾਬ ਕਰੂਗਾ, ਮਤਲਬ ਉਦਮਤਾ ਦਾ ਵਿਕਾਸ ਕਰੂਗਾ। ਹੁਣ ਉਦਮਤਾ ਦੀ ਵੈਸੇ ਕੀ ਜ਼ਰੂਰਤ ਆ? ਦੇਖੋ, ਜੇ ਉਦਮਤਾ ਫੈਲੂਗੀ, ਉਦਯੋਗ ਫੈਲਣਗੇ ਤਾਂ ਦੇਸ਼ ਦੇ ਵਿੱਚ ਰੁਜ਼ਗਾਰ ਜ਼ਿਆਦਾ ਮਿਲੂ, ਲੋਕਾਂ ਨੂੰ ਰੁਜ਼ਗਾਰ ਜ਼ਿਆਦਾ ਮਿਲੂ, ਬੇਰੁਜ਼ਗਾਰੀ ਘਟੂ। ਦੂਜੀ ਗੱਲ, ਵੱਧ ਤੋਂ ਵੱਧ ਪੈਦਾਵਾਰ ਹੋਊ, ਫਿਰ ਆਪਣਾ ਇੱਥੋਂ ਦਾ ਤਿਆਰ ਕੀਤਾ ਸਮਾਨ ਦੂਜੇ ਦੇਸ਼ਾਂ ਵਿੱਚ ਵਿਕੂ, ਤਾਂ ਵੀ ਇਹ ਸਿੱਧੇ ਜਾਂ ਸਿੱਧੇ ਲੋਟ ਦੇ ਵਿੱਚ ਆਪਣੇ ਦੇਸ਼ ਦੀ ਆਰਥਿਕ ਤਰੱਕੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ। ਕੀ ਚੀਜ਼? ਉਦਮਤਾ। ਉਦਮਤਾ ਮਤਲਬ ਉਦਯੋਗਾਂ ਦੀ ਸ਼ੁਰੂਆਤ। ਇਸੇ ਲਈ ਸਰਕਾਰ ਦੁਆਰਾ ਸਮੇਂ-ਸਮੇਂ ਤੇ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਲੋਕ ਪ੍ਰੇਰਿਤ ਹੋ ਸਕਣ ਉਦਯੋਗ ਦੀ ਸ਼ੁਰੂਆਤ ਕਰਨ ਲਈ। ਹੁਣ ਦੇਖੋ, ਆਪਾਂ ਚੱਲਦੇ ਹਾਂ ਤੀਜਾ ਟੌਪਿਕ, ਉਦਮੀ ਦੇ ਗੁਣ। ਉਦਮੀ ਦੇ ਗੁਣ ਮਤਲਬ ਉਦਮੀ 'ਚ ਅਜਿਹੇ ਕਿਹੜੇ ਗੁਣ ਹੋਣੇ ਚਾਹੀਦੇ ਨੇ ਜਿਹਦੇ ਆਧਾਰ ਤੇ ਉਹ ਕੋਈ ਨਾ ਕੋਈ ਉਦਯੋਗ ਸ਼ੁਰੂ ਕਰ ਸਕੇ। ਪਹਿਲਾ ਗੁਣ ਆ ਲੀਡਰ। ਵੈਸੇ ਉਦਮੀ ਦੇਖੋ ਕੰਮ ਦੀ ਸ਼ੁਰੂਆਤ ਛੋਟੇ ਲੈਵਲ ਤੇ ਵੀ ਕਰਦਾ, ਤਾਂ ਵੀ ਉਹਨੂੰ 3-4 ਬੰਦੇ ਤਾਂ ਆਪਦੇ ਨਾਲ ਮਿਨੀਮਮ ਚਾਹੀਦੇ ਹੀ ਨੇ ਨਾ, ਫੇਰ ਹੀ ਉਹ ਕੰਮ ਦੀ ਸ਼ੁਰੂਆਤ ਕਰੂਗਾ। ਕੱਲਾ ਇੱਕ ਵਿਅਕਤੀ ਸਾਰਾ ਕੁਝ ਕਿਵੇਂ ਕਰ ਲੂਗਾ? ਬਹੁਤ ਔਖਾ। ਠੀਕ ਹੈ, ਤਾਂ ਹੁਣ ਜਿਹੜੇ ਉਹਨੇ ਮੰਨ ਲਓ ਕਰਮਚਾਰੀ 2 ਵੀ ਰੱਖੇ, 3 ਵੀ ਰੱਖੇ, 5 ਵੀ ਰੱਖੇ, 10 ਵੀ ਰੱਖੇ, ਉਹ ਡਿਪੈਂਡ ਕਰਦਾ ਉਹਨੇ ਕਿੱਡਾ ਕੁ ਵਪਾਰ ਸ਼ੁਰੂ ਕੀਤਾ। ਤਾਂ ਹੁਣ ਜੇਕਰ ਉਹ ਕਰਮਚਾਰੀਆਂ ਤੋਂ ਕੰਮ ਲੈਣਾ ਚਾਹੁੰਦਾ ਤਾਂ ਉਹ ਇੱਕ ਚੰਗਾ ਲੀਡਰ ਹੋਣਾ ਚਾਹੀਦਾ। ਲੀਡਰ ਦਾ ਮਤਲਬ ਦੇਖੋ ਕਿ ਵੀ ਉਹ ਅਗਵਾਈ ਕਰਤਾ ਮਤਲਬ ਉਹਦੇ ਪਿੱਛੇ ਲੋਕ ਚੱਲਣ। ਵੀ ਮੰਨ ਲਓ ਕਰਮਚਾਰੀ ਨੇ ਜਿਵੇਂ ਉਦਮੀ ਕਹਿੰਦਾ ਉਵੇਂ ਕਰਮਚਾਰੀ ਮੰਨਣ। ਠੀਕ ਹੈ, ਉਹ ਤਾਂ ਮੰਨਣਗੇ ਜੇਕਰ ਉਹਨਾਂ ਨੂੰ ਲੱਗੂਗਾ ਵੀ ਉਦਮੀ ਦੇ ਵਿੱਚ ਵੀ ਕੋਈ ਗੁਣ ਹੈਗੇ ਨੇ। ਹੋਰ ਦੇਖੋ, ਕਰਮਚਾਰੀ ਨੂੰ ਕੋਈ ਕੰਮ ਨਹੀਂ ਆਉਂਦਾ ਤਾਂ ਉਦਮੀ ਨੂੰ ਹੀ ਦੱਸਣਾ ਪਊਗਾ, ਉਦਮੀ ਨੂੰ ਅੱਗੇ ਹੋ ਕੇ ਦੱਸਣਾ ਪਊਗਾ। ਤਾਂ ਇਹ ਸਿਰਫ ਤਾਂ ਹੀ ਸੰਭਵ ਆ ਜੇਕਰ ਉਹ ਇੱਕ ਚੰਗਾ ਲੀਡਰ ਹੋਵੇ। ਉਹ ਜੇ ਚੰਗਾ ਲੀਡਰ ਆ ਤਾਂ ਉਹ ਪਤਾ ਕਿਵੇਂ ਕੰਮ ਲਊਗਾ? ਉਹ ਸਾਰੇ ਕਰਮਚਾਰੀਆਂ ਦੀ ਇੱਕ ਪੂਰੀ ਟੀਮ ਬਣਾ ਲੂਗਾ, ਫਿਰ ਉਹ ਟੀਮ ਤੋਂ ਮਿਲ ਕੇ ਉਹਨਾਂ ਨੂੰ ਮੋਟੀਵੇਟ ਕਰੂਗਾ, ਪ੍ਰੇਰਿਤ ਕਰੂਗਾ ਵੀ ਆਪਣਾ ਆਹ ਉਦੇਸ਼ ਆ, ਆਪਾਂ ਆਹ ਚੀਜ਼ ਤਿਆਰ ਕਰਨੀ ਆ, ਫਿਰ ਹੀ ਆਪਾਂ ਲਾਭ ਕਮਾਵਾਂਗੇ। ਮਤਲਬ ਉਹਨਾਂ ਟੀਮ ਦੇ ਰੂਪ ਦੇ ਵਿੱਚ ਡੀਲ ਕਰੂਗਾ, ਇਕੱਲੇ ਨੂੰ ਨਹੀਂ। ਫਿਰ ਉਹ ਸਾਂਝਾ ਉਦੇਸ਼ ਦੱਸੂਗਾ, ਫਿਰ ਸਾਰੇ ਕਰਮਚਾਰੀ ਇੱਕ ਟੀਮ ਦੇ ਰੂਪ ਵਿੱਚ ਸਾਂਝੇ ਉਦੇਸ਼ ਦੀ ਪੂਰਤੀ ਲਈ ਪ੍ਰੇਰਿਤ ਹੋ ਜਾਣਗੇ। ਅੱਛਾ, ਇਹ ਕਿਵੇਂ ਪ੍ਰੇਰਿਤ ਕਰੂਗਾ? ਬੋਲ ਕੇ, ਮਤਲਬ ਰਾਬਤਾ ਸ਼ਬਦ ਤੁਹਾਡੇ ਲਈ ਨਵਾਂ ਹੋ ਸਕਦਾ। ਰਾਬਤਾ ਦੇਖੋ, ਆਹ ਵਾਲਾ ਸ਼ਬਦ ਤੁਹਾਡੇ ਲਈ ਨਵਾਂ ਹੋ ਸਕਦਾ। ਰਾਬਤਾ ਮਤਲਬ ਗੱਲਬਾਤ ਦਾ ਹੁਨਰ। ਜੇ ਉਦਮੀ ਦੇ ਵਿੱਚ ਗੱਲਬਾਤ ਦਾ ਹੁਨਰ ਹੋਊਗਾ ਤਾਂ ਹੀ ਉਹ ਆਪਣੇ ਕਰਮਚਾਰੀਆਂ ਨੂੰ ਪ੍ਰੇਰਿਤ ਕਰੂਗਾ ਇੱਕ ਟੀਮ ਦੇ ਰੂਪ ਵਿੱਚ। ਠੀਕ ਹੈ, ਹੁਣ ਦੇਖੋ ਉਹਨੇ ਮੰਨ ਲਓ ਪ੍ਰੇਰਿਤ ਕਰ ਲਏ, ਤਾਂ ਕਰਮਚਾਰੀ ਪ੍ਰੇਰਿਤ ਤਾਂ ਹੀ ਹੋਣਗੇ ਜੇ ਕਰਮਚਾਰੀਆਂ ਦਾ ਉਹਨੇ ਭਰੋਸਾ ਜਿੱਤਿਆ ਹੋਊ, ਮਤਲਬ ਕਰਮਚਾਰੀਆਂ ਦੀ ਹਰੇਕ ਗੱਲ ਦੇ ਉੱਤੇ ਖਰਾ ਉਤਰਿਆ ਹੋਊਗਾ। ਇਸ ਤੋਂ ਇਲਾਵਾ ਇੱਕ ਗੱਲ ਦਾ ਹੋਰ ਖਿਆਲ ਰੱਖਣਾ, ਜਦੋਂ ਕਰਮਚਾਰੀਆਂ ਨੂੰ ਵਪਾਰ ਨਾਲ ਜਾਂ ਉਦਯੋਗ ਨਾਲ ਸੰਬੰਧਿਤ ਤਾਂ ਦੇਖੋ ਸਮੱਸਿਆਵਾਂ ਆ ਹੀ ਸਕਦੀਆਂ ਨੇ, ਉਹਦਾ ਹੱਲ ਕਰਨਾ ਤਾਂ ਚਲੋ ਮੰਨਿਆ ਵੀ ਉਦਮੀ ਦੀ ਡਿਊਟੀ ਆ, ਪਰ ਉਦਮੀ ਨੂੰ ਜੇ ਚੰਗਾ ਲੀਡਰ ਬਣਨਾ ਚਾਹੁੰਦਾ, ਜੇ ਚੰਗਾ ਉਦਮੀ ਬਣਨਾ ਚਾਹੁੰਦਾ, ਜੇ ਕਰਮਚਾਰੀਆਂ ਤੋਂ ਉਹਨਾਂ ਦੀ ਰੁਚੀ ਦੇ ਮੁਤਾਬਕ ਕੰਮ ਲੈਣਾ ਚਾਹੁੰਦਾ ਤਾਂ ਉਹਨੂੰ ਕਰਮਚਾਰੀਆਂ ਦੀਆਂ ਜਾਇਜ਼ ਘਰੇਲੂ ਮੁਸ਼ਕਿਲਾਂ ਜਾਂ ਨਿੱਜੀ ਮੁਸ਼ਕਿਲਾਂ ਬਾਰੇ ਵੀ ਸੁਣਨਾ ਚਾਹੀਦਾ, ਤੇ ਜੇ ਹੋ ਸਕੇ ਤਾਂ ਉਹਨਾਂ ਦਾ ਹੱਲ ਵੀ ਕਰਨਾ ਚਾਹੀਦਾ। ਜੇ ਸੰਭਵ ਹੋ ਸਕੇ ਤਾਂ ਹੱਲ ਵੀ ਕਰਨਾ ਚਾਹੀਦਾ। ਫਿਰ ਉਦਮੀ ਦੇ ਪ੍ਰਤੀ ਪੂਰੀ
ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ ਸਾਰੇ ਕਰਮਚਾਰੀ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਦੂਜੇ ਪੁਆਇੰਟ ਤੇ, ਪਹਿਲ ਕਰਨ ਵਾਲਾ। ਦੇਖੋ ਬੇਟਾ, ਤੁਹਾਡੇ ਆਲੇ ਦੁਆਲੇ ਬੜੇ ਲੋਕ ਮਿਲਣਗੇ ਜਿਹੜੇ ਕਹਿਣਗੇ ਮੈਂ ਕਰ ਦੂੰ, ਮੈਂ ਕਰ ਦੂੰ, ਮੈਂ ਕਰ ਦੂੰ, ਪਰ ਪ੍ਰੈਕਟੀਕਲੀ ਬਹੁਤ ਘੱਟ ਕੁਛ ਕਰਦੇ ਨੇ। ਮਤਲਬ ਦੁਨੀਆ ਉੱਪਰ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਹੁੰਦੇ ਹਨ ਜੋ ਕੋਈ ਨਾ ਕੋਈ ਉੱਦਮਤਾ ਸ਼ੁਰੂ ਕਰਨ ਦੀ ਗੱਲ ਕਰਦੇ ਨੇ, ਪਰ ਘੱਟ ਗਿਣਤੀ ਵਿੱਚ ਅਮਲੀ ਤੌਰ ਤੇ ਉਦਯੋਗ ਦੀ ਸ਼ੁਰੂਆਤ ਕਰਦੇ ਨੇ। ਮਤਲਬ ਕਹਿੰਦੇ ਬਹੁਤ ਨੇ ਪਰ ਸ਼ੁਰੂ ਬਹੁਤ ਘੱਟ ਕਰਦੇ ਨੇ। ਕਿਉਂ? ਕਿਉਂਕਿ ਲੋਕਾਂ ਕੋਲ ਗੱਲਾਂ ਹੀ ਹੁੰਦੀਆਂ ਨੇ। ਪਰ ਜਿਹੜਾ ਉਦਮੀ ਦਾ ਇਹ ਗੁਣ ਹੋਵੇ, ਜਿਹੜੇ ਉਦਮੀ ਦੇ ਵਿੱਚ ਮਤਲਬ ਉਹ ਸੋਚਣ ਤੋਂ ਬਾਅਦ ਪਹਿਲਾਂ ਦੇਖੋ ਕੰਮ ਬਾਰੇ ਸੋਚਦਾ, ਜੇ ਉਹਨੂੰ ਲੱਗਿਆ ਜਾਇਜ਼ ਆ ਤਾਂ ਉਸੇ ਵੇਲੇ ਸ਼ੁਰੂ ਕਰ ਦਿੰਦਾ, ਫੇਰ ਨਹੀਂ ਸੋਚਦਾ, ਪਹਿਲਾਂ ਸੋਚਦਾ ਕੰਮ ਬਾਰੇ, ਲਾਭ ਹਾਨੀਆਂ ਸਭ ਕੁਝ ਸੋਚ ਲਿਆ। ਜੇ ਉਹਨੂੰ ਲੱਗਿਆ ਵੀ ਹਾਂ ਇਹ ਕੰਮ ਠੀਕ ਆ, ਪ੍ਰੋਫਿਟੇਬਲ ਆ, ਸਾਰਾ ਕੁਝ ਠੀਕ ਹੈ, ਤਾਂ ਫਿਰ ਉਹ ਬਾਅਦ ਚ ਨਹੀਂ ਸੋਚਣ ਚ ਸਮਾਂ ਖਰਾਬ ਕਰਦਾ। ਪਰ ਕਈ ਵਿਅਕਤੀ ਇਹੋ ਜਿਹੇ ਹੁੰਦੇ ਨੇ ਜਿਹੜੇ 6-6 ਮਹੀਨੇ ਸੋਚੀ ਹੋ ਜਾਂਦੇ ਨੇ, 2-2 ਸਾਲ ਸੋਚੀ ਹੋ ਜਾਂਦੇ ਨੇ ਵੀ ਆਪਾਂ ਆਹ ਕਰਨਾ, ਆਹ ਕਰਨਾ, ਕਰਨਾ ਕੁਛ ਨਹੀਂ। ਠੀਕ ਹੈ, ਅਸਲ ਵਿੱਚ ਕਾਮਯਾਬ ਉਹੀ ਹੁੰਦਾ ਜਿਹੜਾ ਪਹਿਲ ਕਰਦਾ। ਇਨੀਸ਼ੀਏਟਰ ਬੋਲਦੇ ਨੇ ਇਹਨੂੰ ਇੰਗਲਿਸ਼ ਦੇ ਵਿੱਚ, ਇਨੀਸ਼ੀਏਟਰ ਹੀ ਕਾਮਯਾਬ ਹੁੰਦਾ। ਕਿਉਂ? ਕਿਉਂਕਿ ਬਾਕੀ ਗੱਲਾਂ ਮਾਰਦੇ ਰਹਿ ਜਾਂਦੇ ਨੇ, ਸੋਚਦੇ ਰਹਿ ਜਾਂਦੇ ਨੇ, ਤੇ ਕੰਮ ਸ਼ੁਰੂ ਕਰਕੇ ਲਾਭ ਕਮਾਉਣਾ ਸ਼ੁਰੂ ਕਰ ਸਕਦਾ। ਅੱਛਾ, ਉਸ ਤੋਂ ਇਲਾਵਾ ਆਮ ਤੌਰ ਤੇ ਉਦਯੋਗ ਦੀ ਪਹਿਲ ਦ੍ਰਿੜ ਇਰਾਦਿਆਂ ਵਾਲਾ, ਉੱਚੀ ਸੋਚ ਵਾਲਾ, ਨਿਸ਼ਚਿਤ ਫੈਸਲੇ ਲੈਣ ਵਾਲਾ ਆਦਮੀ ਹੀ ਕਰ ਸਕਦਾ। ਇਹ ਗੁਣ ਤਾਂ ਹੋਣੇ ਚਾਹੀਦੇ ਨੇ। ਦੇਖੋ, ਅੱਛਾ, ਕਾਮਯਾਬ ਉਦਮੀ ਸਿਰਫ ਕੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੀ ਸਫਲ ਹੁੰਦੇ ਨੇ। ਮਤਲਬ ਇਹ ਕਹਿਣ ਦਾ ਭਾਵ, ਆਹ ਵਾਲੀ ਲਾਈਨ ਦਾ ਕੀ ਮਤਲਬ ਆ ਵੀ ਇਹ ਨਹੀਂ ਹੈਗਾ ਜਿਹੜੇ ਕਾਮਯਾਬ ਉਦਮੀ ਆਪਾਂ ਦੇਖਦੇ ਹਾਂ ਉਹ ਤਾਂ ਹੀ ਬਣਦੇ ਨੇ ਜੇ ਸ਼ੁਰੂ ਤਾਂ ਕਰਨਾ, ਗੱਲਾਂ 'ਚ ਥੋੜੀ ਸ਼ੁਰੂ ਹੋ ਜਾਊਗਾ। ਜਿਹਨੇ ਸ਼ੁਰੂ ਹੀ ਨਹੀਂ ਕੀਤਾ ਉਹ ਕਾਮਯਾਬ ਕਿੱਥੋਂ ਹੋਊਗਾ? ਹੁਣ ਜਿਹਨੇ ਸ਼ੁਰੂ ਕੀਤਾ ਉਹ ਕਾਮਯਾਬ ਹੋ ਵੀ ਸਕਦਾ, ਨਹੀਂ ਵੀ, ਪਰ ਜਿਹਨੇ ਸ਼ੁਰੂ ਹੀ ਨਹੀਂ ਕੀਤਾ ਉਹ ਤਾਂ ਪੱਕਾ ਹੀ ਵੀ ਨਹੀਂ ਕਾਮਯਾਬ, ਕਿਉਂਕਿ ਉਹਨੇ ਸ਼ੁਰੂ ਨਹੀਂ ਕੀਤਾ। ਇਸ ਲਈ ਕੰਮ ਸ਼ੁਰੂ ਤਾਂ ਕਰੇ ਨਾ। ਤਾਂ ਉਦਮੀ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ, ਪਹਿਲ ਕਰਨ ਵਾਲਾ, ਮਤਲਬ ਨਾਲ ਦੀ ਨਾਲ ਕੰਮ ਦੀ ਸ਼ੁਰੂਆਤ ਕਰਦੇ। ਤੀਜਾ ਪੁਆਇੰਟ, ਨਿਰਣਾ ਲੈਣ ਵਾਲਾ, ਡਿਸੀਜ਼ਨ ਮੇਕਰ। ਡਿਸੀਜ਼ਨ ਮਤਲਬ ਫੈਸਲਾ ਲੈਣ ਵਾਲਾ। ਉਦਮੀ ਨੂੰ ਹਰ ਇੱਕ ਪੜਾਅ ਤੇ ਨਵੇਂ ਫੈਸਲੇ ਲੈਣੇ ਪੈਂਦੇ ਨੇ। ਤੁਸੀਂ ਹੁਣ ਆਪਣੇ ਤੇ ਲੈ ਕੇ ਦੇਖੋ, ਤੁਸੀਂ ਇੱਕ ਉਦਯੋਗ ਦੀ ਸ਼ੁਰੂਆਤ ਕਰਦੇ ਹੋ, ਜੇ ਕਰਨ ਤੋਂ ਪਹਿਲਾਂ ਤਾਂ ਸੋਚਦੇ ਹੋ। ਤਾਂ ਹੁਣ ਸੋਚੇ ਕਈ ਕੰਮ ਸੋਚੇ, ਤੁਸੀਂ ਇੱਕ ਕੰਮ ਸੋਚ ਲਿਆ ਵੀ ਆਹ ਕਰਨਾ, ਤਾਂ ਇਹ ਵੀ ਇੱਕ ਨਿਰਣਾ ਲੈ ਲਿਆ ਤੁਸੀਂ। ਫਿਰ ਤੁਸੀਂ ਸੋਚਿਆ ਵੀ ਮੈਨੇ ਇਸ ਉਦਯੋਗ ਨੂੰ ਇਸ ਜਗ੍ਹਾ ਤੇ ਸ਼ੁਰੂ ਕਰਨਾ, ਉਹ ਵੀ ਨਿਰਣਾ ਲੈ ਲਿਆ। ਫਿਰ ਤੁਸੀਂ ਸੋਚ ਲਿਆ ਵੀ ਮੈਂ ਇੰਨੇ ਕੁ ਰੁਪਏ ਨਾਲ ਸ਼ੁਰੂ ਕਰਨਾ, ਉਹ ਵੀ ਤੁਸੀਂ ਇੱਕ ਨਿਰਣਾ। ਤਾਂ ਮਤਲਬ ਹਰ ਇੱਕ ਪੱਖ ਤੇ ਤੁਹਾਨੂੰ ਨਿਰਣਾ ਲੈਣ ਦੀ ਲੋੜ ਪਈ, ਫੈਸਲਾ ਲੈਣ ਦੀ ਲੋੜ ਪਈ। ਤਾਂ ਉਦਮੀ ਇੱਕ ਉਦਯੋਗ ਫੈਸਲਾ ਲੈਣ ਵਾਲਾ ਹੋਣਾ ਚਾਹੀਦਾ। ਕਿਉਂ? ਕਿਉਂਕਿ ਉਹਨੂੰ ਹਰ ਇੱਕ ਪੜਾਅ ਤੇ ਭਾਂਤ ਦੇ ਫੈਸਲੇ ਲੈਣੇ ਪੈਂਦੇ ਹਨ। ਉਦਾਹਰਨ ਵਜੋਂ ਕੰਮ ਦੀ ਸ਼ੁਰੂਆਤ ਕਰਨ ਵਾਲਾ ਵੀ ਇੱਕ ਵੱਡਾ ਫੈਸਲਾ ਹੁੰਦਾ। ਫਿਰ ਉਸ ਤੋਂ ਬਾਅਦ ਉਹ ਆਪ ਹੀ ਮਾਲਕ ਹੁੰਦਾ, ਉਹ ਹੋਰਾਂ ਤੋਂ ਕਿਸੇ ਕਿਸਮ ਦੀ ਸਲਾਹ ਤਾਂ ਲੈ ਸਕਦਾ। ਮਤਲਬ ਉਦਮੀ ਆਪ ਹੀ ਮਾਲਕ ਹੁੰਦਾ, ਹੋਰ ਲੋਕਾਂ ਤੋਂ ਸਲਾਹ ਤਾਂ ਲੈ ਸਕਦਾ, ਪਰੰਤੂ ਫੈਸਲਾ ਤਾਂ ਉਸਨੇ ਖੁਦ ਹੀ ਲੈਣਾ ਪੈਂਦਾ। ਅਖੀਰ ਫੈਸਲਾ ਤਾਂ ਉਹਦਾ ਹੀ ਹੋਊਗਾ। ਤਾਂ ਫੈਸਲਾ ਕਿਵੇਂ ਲੈਂਦਾ ਗਾ? ਉਹ ਹਰੇਕ ਗੱਲ ਦਾ ਫੈਸਲਾ ਲੈਣ ਤੋਂ ਪਹਿਲਾਂ ਧਨਾਤਮਕ ਤੇ ਰਿਣਾਤਮਕ, ਮਤਲਬ ਫਾਇਦੇ ਤੇ ਘਾਟਿਆਂ ਬਾਰੇ ਸੋਚਦਾ। ਇਹ ਪੱਖਾਂ ਬਾਰੇ ਸੋਚ ਕੇ ਉਹ ਫੈਸਲਾ ਲੈਂਦਾ। ਇਹ ਜ਼ਰੂਰੀ ਨਹੀਂ ਵੀ ਉਹਦਾ ਫੈਸਲਾ ਸਹੀ ਹੋਊਗਾ, ਪਰੰਤੂ ਲੈਣਾ ਤਾਂ ਪਊਗਾ ਹੀ ਨਾ। ਠੀਕ ਹੈ, ਤਾਂ ਜਿਹੜਾ ਸਹੀ ਡਿਸੀਜਨ ਮੇਕਰ ਆ ਉਹ ਸਹੀ ਫੈਸਲਾ ਹੀ ਲੈਂਦਾ ਤੇ ਉਹਦਾ ਜ਼ਿਆਦਾਤਰ ਫੈਸਲਾ ਸਹੀ ਹੀ ਜਾਂਦਾ। ਅੱਛਾ ਜੀ, ਹੁਣ ਚੱਲਦੇ ਚੌਥੇ ਪੁਆਇੰਟ ਤੇ, ਇਮਾਨਦਾਰ ਤਾਂ ਦੇਖੋ ਆਪਾਂ ਨੂੰ ਪਤਾ ਕਿਸੇ ਵੀ ਕੰਮ ਦੇ ਵਿੱਚ ਇਮਾਨਦਾਰੀ ਬਹੁਤ ਜ਼ਰੂਰੀ ਹੈ। ਇਮਾਨਦਾਰੀ ਦੇਖੋ ਉਦਮੀ ਦੇ ਪੱਖ ਤੋਂ ਕਿਵੇਂ ਇਮਾਨਦਾਰੀ ਹੋ ਸਕਦੀ ਹੈ? ਪਹਿਲੀ ਗੱਲ, ਉਹਨੇ ਪ੍ਰੋਡਕਟ ਦਾ ਜਾਇਜ਼ ਮੁੱਲ ਲਵੇ। ਹੁਣ ਦੇਖੋ, ਜੇਕਰ ਉਹਨੇ ਪ੍ਰੋਡਕਟ ਕਹਿ ਕੇ ਕੁਛ ਬਣਾਤਾ, ਕੁਛ ਵੇਚਣ ਲੱਗੇ ਕੁਛ ਹੋਰ, ਨਿਕਲੂ ਕੁਛ ਹੋਰ, ਤਾਂ ਉਹ ਠੱਗੀ ਠੋਰੀ ਆ। ਤਾਂ ਉਹ ਅਜਿਹਾ ਨਹੀਂ ਕਰਨਾ ਚਾਹੀਦਾ। ਉਦਮੀ ਹਮੇਸ਼ਾ ਇਮਾਨਦਾਰ ਸੁਭਾਅ ਦਾ ਹੋਣਾ ਚਾਹੀਦਾ। ਦੂਜੀ ਗੱਲ, ਹੁਣ ਵਪਾਰੀਆਂ ਨਾਲ ਵੀ ਪੈਸਿਆਂ ਦਾ ਲੈਣ ਦੇਣ ਹੋਣਾ, ਤਾਂ ਵੀ ਉਹ ਇਮਾਨਦਾਰ ਹੋਊ, ਤਾਂ ਹੀ ਕੰਮ ਚੱਲੂਗਾ। ਤੀਜੀ ਚੀਜ਼, ਉਹ ਆਪਦੇ ਕਰਮਚਾਰੀਆਂ ਪ੍ਰਤੀ ਵੀ, ਹੁਣ ਕਰਮਚਾਰੀਆਂ ਨੂੰ ਜੇਕਰ ਕਰਮਚਾਰੀਆਂ ਤੋਂ ਕੰਮ ਲੈਣਾ ਤਾਂ ਉਹਨੂੰ ਇਮਾਨਦਾਰੀ ਨਾਲ ਉਹਨਾਂ ਦੀ ਤਨਖਾਹ ਦੇਣੀ ਪੈਣੀ ਹੈ, ਸਾਰਾ ਕੁਝ ਇਮਾਨਦਾਰੀ ਨਾਲ ਕਰਨਾ ਪੈਣਾ। ਤਾਂ ਸਿਰਫ ਤਾਂ ਹੀ ਪੋਸੀਬਲ ਹੈ ਜੇਕਰ ਉਹ ਇਮਾਨਦਾਰ ਹੋਊਗਾ। ਠੀਕ ਹੈ, ਇਸ ਤੋਂ ਇਲਾਵਾ ਦੇਖੋ ਇੱਕ ਲਾਈਨ ਆ, ਉਦਮੀ ਦਾ ਇਮਾਨਦਾਰ ਹੋਣਾ ਚੰਗੀ ਮਾਰਕੀਟ ਸਥਿਤੀ ਵੀ ਬਣਾਈ ਰੱਖਣ। ਉਹਦੀ ਮਾਰਕੀਟ ਦੇ ਵਿੱਚ ਬਹੁਤ ਰੈਪੋ ਬਣ ਜਾਂਦੀ ਹੈ, ਮਤਲਬ ਬਹੁਤ ਲੋਕ ਵਧੀਆ ਕਹਿੰਦੇ ਨੇ ਜੇਕਰ ਉਹ ਸਾਰੇ ਸੌਦਿਆਂ ਦੇ ਵਿੱਚ ਇਮਾਨਦਾਰੀ ਦਿਖਾਊਗਾ, ਹਰ ਇੱਕ ਪੱਖ ਤੋਂ ਇਮਾਨਦਾਰੀ ਦਿਖਾਊਗਾ। ਚਲੋ ਆਪਾਂ ਚੱਲਦੇ ਹਾਂ ਪੰਜਵੇਂ ਪੁਆਇੰਟ ਤੇ, ਸਵੈ ਵਿਸ਼ਵਾਸ। ਸੈਲਫ ਕੌਨਫੀਡੈਂਟ, ਮਤਲਬ ਉਹਦੇ 'ਚ ਕੰਮ ਕਰਨ ਦਾ ਵਿਸ਼ਵਾਸ ਹੋਵੇ, ਆਪਣੇ ਆਪ 'ਚ ਵਿਸ਼ਵਾਸ ਹੋਵੇ, ਦੂਜਿਆਂ ਤੇ ਨਹੀਂ। ਵੀ ਇੱਕ ਲੜਕਾ ਦੂਜੇ ਨੂੰ ਕਹਿੰਦਾ ਵੀ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ, ਨਹੀਂ, ਉਹਨੂੰ ਪਹਿਲਾਂ ਆਪਣੇ ਆਪ ਤੇ ਵਿਸ਼ਵਾਸ ਹੋਵੇ, ਫਿਰ ਹੀ ਉਦਯੋਗ ਦੀ ਸ਼ੁਰੂਆਤ ਕਰ ਸਕਦਾ। ਦੇਖੋ, ਉਦਯੋਗ ਸ਼ੁਰੂ ਕਰਨਾ ਕੋਈ ਸਿੰਪਲ ਕੰਮ ਨਹੀਂ ਹੁੰਦਾ, ਬਹੁਤ ਜ਼ਿਆਦਾ ਔਖਾ ਕੰਮ ਹੁੰਦਾ। ਇਹਦੇ 'ਚ ਘਾਟੇ ਵੀ ਪੈ ਸਕਦੇ ਨੇ, ਵਾਧੇ ਵੀ, ਮਿਹਨਤ ਵੀ ਪੂਰੀ ਕਰਨੀ ਪੈ ਸਕਦੀ ਹੈ, ਰਿਸਕ ਵੀ ਹੋ ਸਕਦਾ। ਤਾਂ ਇਹ ਚੀਜ਼ਾਂ
ਦੇ ਹੁੰਦੇ ਹੋਏ ਵੀ ਇੱਕ ਸਵੈ ਵਿਸ਼ਵਾਸ ਵਾਲਾ ਆਦਮੀ ਜਿਹਦੇ ਵਿੱਚ ਗੁਣ ਹੋਵੇ ਸਵੈ ਵਿਸ਼ਵਾਸ ਦਾ, ਉਹੀ ਕੰਮ ਦੀ ਸ਼ੁਰੂਆਤ ਕਰ ਸਕਦਾ। ਅੱਛਾ, ਜੇ ਉਹਦੇ ਚ ਸਵੈ ਵਿਸ਼ਵਾਸ ਆ ਤਾਂ ਜੇ ਕੋਈ ਸਮੱਸਿਆ ਵੀ ਆ ਗਈ ਉਦਮੀ ਦੇ ਸਾਹਮਣੇ ਤਾਂ ਉਹ ਬੜੀ ਸ਼ਾਂਤ ਸੁਭਾਅ ਨਾਲ ਸਮੱਸਿਆ ਨੂੰ ਕੰਟਰੋਲ ਕਰ ਲੂਗਾ, ਮੋਸਟਲੀ ਕੰਟਰੋਲ ਕਰ ਲੂਗਾ। ਪਰ ਜੇ ਉਹ ਚ ਸਵੈ ਵਿਸ਼ਵਾਸ ਹੀ ਨਹੀਂ, ਫਿਰ ਤਾਂ ਵੈਸੀ ਸਮੱਸਿਆ ਤੋਂ ਘਬਰਾ ਕੇ ਪਿੱਛੇ ਹਟ ਜਾਊਗਾ। ਉਦਯੋਗ ਨੂੰ ਚਲਾਉਣ ਦੌਰਾਨ ਬਹੁਤ ਤਰ੍ਹਾਂ ਦੇ ਕੰਮ, ਜਿਵੇਂ ਪ੍ਰੋਡਕਟ ਦੀ ਚੋਣ ਕਰਨੀ, ਇਹ ਵੀ ਸਵੈ ਵਿਸ਼ਵਾਸ ਦਾ ਕੰਮ ਆ। ਮਤਲਬ ਦੇਖੋ, ਹਰੇਕ ਚੀਜ਼ ਹੀ ਆਪਣੇ ਆਪ ਚ ਵਿਸ਼ਵਾਸ ਤਾਂ ਹੋਵੇ ਨਾ, ਵੀ ਹਾਂ ਮੈਂ ਬਸ ਵਿਸ਼ਵਾਸ ਦਾ ਮਤਲਬ ਜੋ ਉਹਨੇ ਸੋਚਿਆ ਉਹਨੂੰ ਲੱਗੇ ਵੀ ਹਾਂ ਮੈਂ ਸਹੀ ਕਰ ਰਿਹਾ, ਬਸ ਮੈਨੂੰ ਲੱਗਦਾ ਸਹੀ ਆ ਤਾਂ ਇਟ ਮੀਨਸ ਸਹੀ ਆ। ਠੀਕ ਹੈ, ਇਹ ਕੰਮ ਬਹੁਤੀ ਮਿਹਨਤ ਸਦਕਾ ਹੀ ਸੰਭਵ ਹੁੰਦੇ ਨੇ, ਇੰਨੇ ਕੰਮ ਕਰਨੇ ਪੈਂਦੇ ਨੇ। ਠੀਕ ਹੈ, ਤੇ ਜੇਕਰ ਉਦਮੀ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ, ਸਵੈ ਵਿਸ਼ਵਾਸ ਨਹੀਂ ਹੈਗਾ, ਤਾਂ ਵਿਚਾਲੇ ਹਿੰਮਤ ਹਾਰ ਜੂ ਤੇ ਕੰਮ ਬੰਦ ਹੀ ਕਰ ਦੂਗਾ। 6ਵਾਂ ਪੁਆਇੰਟ, ਪ੍ਰਬੰਧਕ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਦਮੀ ਇਕੱਲਾ ਨਹੀਂ ਕੰਮ ਕਰਦਾ, ਉਹਦੇ ਨਾਲ 3 4 5 7 ਜਿੰਨੇ ਵੀ ਕਰਮਚਾਰੀ ਹੋ ਸਕਦੇ ਨੇ, ਉਹਨਾਂ ਤੋਂ ਕੰਮ ਲੈਣਾ, ਇਹ ਵੀ ਮੈਨੇਜਰ ਦਾ ਕੰਮ ਆ। ਦੂਜੀ ਚੀਜ਼, ਬਾਹਰ ਕੋਈ ਗ੍ਰਾਹਕ ਆ ਆਪਣੀ ਕੰਪਨੀ ਦੇ ਨਾਲ ਜੁੜਨ ਵਾਲਾ ਗ੍ਰਾਹਕ ਆ, ਤਾਂ ਉਹਨਾਂ ਨਾਲ ਪੈਸਿਆਂ ਦਾ ਹਿਸਾਬ ਕਿਤਾਬ ਸਾਰਾ ਕੁਝ ਪ੍ਰਬੰਧਿਤ ਕਰਨਾ, ਡੀਲਿੰਗ ਕਰਨੀ, ਇਹ ਵੀ ਸਾਰਾ ਪ੍ਰਬੰਧਕ ਦਾ ਕੰਮ ਆ। ਇਸ ਤੋਂ ਇਲਾਵਾ ਹੋਰ ਆਪਾਂ ਕੀ ਕਹਿ ਸਕਦੇ ਹਾਂ, ਜਿਵੇਂ ਦੇਖੋ ਜਗ੍ਹਾ ਲੈ ਲਈ, ਠੀਕ ਹੈ, ਬਿਜਲੀ ਪਾਣੀ ਦਾ ਪ੍ਰਬੰਧ ਵੀ ਕਰਨਾ, ਠੀਕ ਹੈ, ਤੇ ਸਮਾਨ ਜਿੱਥੇ ਪਿਆ ਕੱਚਾ ਮਾਲ ਵੀ ਸਹੀ ਸਮੇਂ ਤੇ ਮੰਗਵਾਉਣਾ, ਸਹੀ ਰੇਟ ਤੇ ਮੰਗਵਾਉਣਾ, ਫਿਰ ਇਹ ਦੇਖਣਾ ਵੀ ਕੱਚਾ ਮਾਲ ਖਤਮ ਤਾਂ ਨਹੀਂ ਹੋ ਗਿਆ ਕਿਤੇ, ਵੀ ਆਪਾਂ ਪ੍ਰੋਡਕਟ ਦੀ ਪੈਦਾਵਾਰੀ ਨਾ, ਮਤਲਬ ਹਰ ਇੱਕ ਪੱਖ ਤੇ ਉਦਮੀ ਨੇ ਧਿਆਨ ਰੱਖਣਾ ਪੈਂਦਾ, ਪ੍ਰਬੰਧਿਤ ਕਰਨਾ ਪੈਂਦਾ। ਹਰੇਕ ਕੰਮ ਨੂੰ, ਬਹੁਤ ਕੰਮ ਹੁੰਦੇ ਨੇ, ਉਹਨਾਂ ਕੰਮਾਂ ਨੂੰ ਪ੍ਰਬੰਧਿਤ ਕਰਨਾ ਪੈਂਦਾ। ਠੀਕ ਹੈ, ਉਹ ਤਾਂ ਹੀ ਕਰੂਗਾ, ਜੇਕਰ ਇੰਨੇ ਪਾਸੇ ਧਿਆਨ ਤਾਂ ਹੀ ਰੱਖ ਸਕੂਗਾ ਜੇਕਰ ਉਹ ਚੰਗਾ ਪ੍ਰਬੰਧਕ ਹੋਊਗਾ। ਠੀਕ ਹੈ, ਆਪਾਂ ਚੱਲਦੇ ਹਾਂ ਜੀ 7ਵੇਂ ਪੁਆਇੰਟ ਤੇ, ਰਾਬਤਾ ਹੁਨਰ। ਰਾਬਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਗੱਲਬਾਤ ਦਾ ਹੁਨਰ। ਹੁਣ ਉਦਮੀ ਨੇ ਤਾਂ ਹੈ ਨਹੀਂ ਵਪਾਰ ਸ਼ੁਰੂ ਕਰ ਲਿਆ ਤੇ ਆਪੇ ਗਾਹਕ ਆਉਣ ਲੱਗ ਗਿਆ, ਤੇ ਠੀਕ ਹੈ ਕੋਈ ਖਾਸ ਵਪਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹਾ, ਪਰ ਉਦਮੀ ਨੂੰ ਸਮੇਂ-ਸਮੇਂ ਤੇ ਭਾਂਤ-ਭਾਂਤ ਦੇ ਲੋਕਾਂ ਨਾਲ ਡੀਲ ਕਰਨਾ ਪਊਗਾ। ਮਤਲਬ ਜਿਨ੍ਹਾਂ ਲੋਕਾਂ ਦਾ ਸੁਭਾਅ ਵੀ ਅਲੱਗ-ਅਲੱਗ ਹੋਊਗਾ। ਦੇਖੋ, ਜਿਵੇਂ ਉਦਾਹਰਨ ਆ ਵੀ ਆਪਾਂ ਡੀਲ ਕਿਹਦੇ ਨਾਲ ਕਰਨਾ, ਤੁਸੀਂ ਮੈਂ ਤੁਹਾਨੂੰ ਦੱਸਿਆ ਸੀ, ਤੁਸੀਂ ਕੱਪੜੇ ਦੀ 2-3 ਮਸ਼ੀਨਾਂ ਲਗਾ ਕੇ ਕੰਪਨੀ ਸ਼ੁਰੂ ਕੀਤੀ, ਉਦਯੋਗ ਸ਼ੁਰੂ ਕੀਤਾ, ਉਦਯੋਗਿਕ ਇਕਾਈ ਸ਼ੁਰੂ ਕੀਤੀ, ਤਾਂ ਹੁਣ ਤੁਸੀਂ ਕੱਪੜਾ ਤਾਂ ਤਿਆਰ ਕਰਨ ਲੱਗੇ। ਕੱਪੜਾ ਤਿਆਰ ਕਰਨ ਤੋਂ ਪਹਿਲਾਂ ਵੀ ਦੇਖੋ, ਪਹਿਲਾਂ ਕਰਮਚਾਰੀ ਨਹੀਂ ਰੱਖੋਗੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਪਊ, ਉਹਨਾਂ ਤੋਂ ਕੰਮ ਲੈਣਾ। ਫਿਰ ਤੁਸੀਂ ਮੰਨ ਲਓ ਕੱਪੜਾ ਤਿਆਰ ਕਰ ਲਿਆ ਤਾਂ ਦੂਜੇ ਲੋਕਾਂ ਨੂੰ ਵੇਚਣਾ ਵੀ ਤਾਂ ਪਊਗਾ, ਤਾਂ ਤੁਹਾਨੂੰ ਡਿਸਟਰੀਬਿਊਟਰ ਲੱਭਣੇ ਪੈਣਗੇ, ਹੋਲਸੇਲਰ ਲੱਭਣੇ ਪੈਣਗੇ, ਉਹਨਾਂ ਨਾਲ ਵੀ ਗੱਲਬਾਤ ਕਰਨੀ ਪਊਗੀ। ਫਿਰ ਜੇ ਕੋਈ ਬਾਹਰੋਂ ਅਫਸਰ ਆ ਗਿਆ, ਚੈਕਿੰਗ ਤੇ ਆ ਗਿਆ, ਤਾਂ ਉਹਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਨੀ ਪਊਗੀ। ਤਾਂ ਮਤਲਬ ਹਰ ਇੱਕ ਪੜਾਅ ਤੇ ਤੁਹਾਨੂੰ ਗੱਲਬਾਤ ਕਰਨੀ ਪਊ, ਤੇ ਗੱਲਬਾਤ ਹਰੇਕ ਨਾਲ, ਹਰੇਕ ਦਾ ਸੁਭਾਅ ਵੱਖੋ ਵੱਖਰਾ, ਹਰੇਕ ਨਾਲ ਉਹਦੇ ਹਿਸਾਬ ਨਾਲ ਆ ਕੇ ਗੱਲ ਕਰਨੀ ਪਊ। ਤਾਂ ਸਿਰਫ ਤਾਂ ਹੀ ਪੋਸੀਬਲ ਹੈ ਜੇਕਰ ਉਦਮੀ ਇੱਕ ਚੰਗਾ ਕਮਿਊਨੀਕੇਟਰ ਹੋਊਗਾ, ਮਤਲਬ ਚ ਰਾਬਤਾ ਹੁਨਰ ਬਹੁਤ ਜ਼ਿਆਦਾ ਹੋਵੇ, ਮਤਲਬ ਗੱਲਾਂ ਚੋਂ ਹੀ ਦੂਜੇ ਵਿਅਕਤੀ ਨੂੰ ਲੱਗੇ ਵੀ ਇਹ ਉਦਮੀ ਵਧੀਆ ਹੀ ਡੀਲ ਕਰ ਰਿਹਾ, ਮਤਲਬ ਵਧੀਆ ਹੀ ਦਊਗਾ ਜੋ ਸਮਾਨ ਦਊਗਾ। ਦੂਜੀ ਗੱਲ, ਉਹ ਮਿੱਤਰਤਾ ਪੂਰਵਕ ਸੁਭਾਅ ਨਾਲ ਗੱਲ ਕਰੇ। ਠੀਕ ਹੈ, ਕਦੇ ਉਹਨੂੰ ਵਪਾਰੀ ਨਾਲ ਮਿੱਤਰਤਾ ਪੂਰਵਕ ਸੁਭਾਅ ਨਾਲ ਗੱਲ ਕਰਨੀ ਪੈਂਦੀ ਆ, ਕਰਮਚਾਰੀਆਂ ਨਾਲ ਇੱਕ ਲੀਡਰ ਦੇ ਰੂਪ ਵਿੱਚ ਗੱਲ ਕਰਨੀ ਪੈਂਦੀ ਆ। ਮਤਲਬ ਹਰੇਕ ਜਗ੍ਹਾ ਤੇ ਜਿੱਥੇ ਵੀ ਗੱਲ ਕਰਨੀ ਆ ਉਹਦੇ ਹਿਸਾਬ ਨਾਲ ਹੀ ਗੱਲ ਕਰੇ। ਠੀਕ ਹੈ, ਪਰ ਦੇਖੋ ਉਦਮੀ ਦੇ ਵਿੱਚ ਅਜਿਹਾ ਗੁਣ ਜ਼ਰੂਰ ਹੋਵੇ ਵੀ ਉਹ ਆਪਦੀਆਂ ਗੱਲਾਂ ਦੇ ਵਿੱਚ ਗ੍ਰਾਹਕਾਂ ਨੂੰ ਜਾਂ ਵਪਾਰੀਆਂ ਨੂੰ ਮਿੱਤਰ ਬਣਾ ਲੇ, ਮਤਲਬ ਉਹਦੀਆਂ ਗੱਲਾਂ ਤੋਂ ਪ੍ਰੇਰਿਤ ਹੋਣ। ਅਜਿਹਾ ਹੁਨਰ ਹੋਣਾ ਬਹੁਤ ਜ਼ਰੂਰੀ ਆ। 8ਵਾਂ ਪੁਆਇੰਟ, ਨਵ ਪਰਿਵਰਤਨ। ਦੇਖੋ, ਜ਼ਿਆਦਾਤਰ ਲੋਕ ਦੇਖੋਗੇ ਤੁਸੀਂ, ਜਿਹਨੇ ਕੰਮ ਸ਼ੁਰੂ ਕਰ ਲਿਆ, ਉਹ ਕਹਿੰਦਾ, ਆਪਾਂ ਤੁਹਾਡੀ ਹੀ ਉਦਾਹਰਨ ਲੈਤੀ ਸੀ, ਤਾਂ ਤੁਸੀਂ ਦੇਖੋ, ਤੁਸੀਂ ਸਪੋਜ਼ ਕਰੋ ਇੱਕ ਫੈਕਟਰੀ ਲਗਾਈ ਸੀ, 2 ਮਸ਼ੀਨਾਂ ਲਗਾ ਕੇ ਲਗਾਈ, ਕੱਪੜਾ ਬਣਾਉਣ ਲੱਗ ਗਏ, ਤਾਂ ਤੁਸੀਂ 5 ਸਾਲ, 10 ਸਾਲ, 20 ਸਾਲ ਉਹੀ ਕੱਪੜਾ, ਉਹੀ ਮਸ਼ੀਨਾਂ, ਸਭ ਕੁਝ ਉਵੇਂ ਹੀ ਚੱਲੀ ਜਾਂਦਾ। ਪਰ ਆਪਾਂ ਦੇਖਿਆ ਮਾਰਕੀਟ ਦੇ ਵਿੱਚ ਨਵੀਆਂ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਆ ਗਈਆਂ। ਠੀਕ ਹੈ, ਗ੍ਰਾਹਕਾਂ ਦੀ ਲੋੜ ਵੀ ਚੇਂਜ ਹੁੰਦੀ ਜਾਂਦੀ, ਤੁਹਾਨੂੰ ਕੋਈ ਧਿਆਨ ਨਹੀਂ ਹੈਗਾ ਇਸ ਚੀਜ਼ ਵੱਲ, ਤੁਸੀਂ ਬਸ ਆਪਦਾ ਜਿਹੜਾ ਕੁਝ ਬਣੀ ਜਾਂਦਾ ਵੇਚੀ ਜਾਂਦੇ ਹੋ, ਵਿਕੇ ਨਾ ਵਿਕੇ ਕੋਈ ਮਤਲਬ ਨਹੀਂ। ਤਾਂ ਉਹ ਕਿਸੇ ਸਟੇਜ ਤੇ ਆ ਕੇ ਦੇਖੋ ਉਦਯੋਗ ਫੇਲ ਹੋ ਸਕਦਾ। ਤਾਂ ਉਦਮੀ ਦਾ ਸੁਭਾਅ ਨਵ ਪਰਿਵਰਤਨ ਵਾਲਾ ਹੋਣਾ ਚਾਹੀਦਾ, ਮਤਲਬ ਉਹ ਹਰ ਵੇਲੇ ਨਵੇਂ ਤੋਂ ਨਵੇਂ ਬਦਲਾਅ ਲਿਆਵੇ। ਇਹ ਨਹੀਂ ਵੀ ਬਿਨਾਂ ਗੱਲ ਤੋਂ ਹੀ ਵੀ ਜਿਹੜਾ ਨੂੰ ਲੱਗੇ। ਦੇਖੋ, ਮੰਨ ਲਓ ਮਸ਼ੀਨ ਲੱਗਦਾ ਵੀ ਆਧੁਨਿਕ ਟੈਕਨੋਲੋਜੀ ਦੀ ਆ ਗਈ, ਵਧੀਆ ਚੀਜ਼ ਸਸਤੇ 'ਚ ਤਿਆਰ ਕਰੂ, ਤਾਂ ਨਾਲ ਦੀ ਨਾਲ ਚੇਂਜ ਕਰਨ ਦੀ ਕੋਸ਼ਿਸ਼ ਕਰੇ ਜਿਹਦੀ ਸਮਰੱਥਾ। ਦੂਜੀ ਗੱਲ, ਜੇ ਉਹਨੂੰ ਲੱਗਦਾ ਵੀ ਮੰਨ ਲਓ ਉਹ ਸੂਤੀ ਕੱਪੜਾ ਬਣਾਈ ਜਾਂਦਾ, ਉਹਨੂੰ ਲੱਗਦਾ ਵੀ ਸੂਤੀ ਕੱਪੜੇ ਦੀ ਤਾਂ ਮਾਰਕੀਟ ਦੇ ਵਿੱਚ ਡਿਮਾਂਡ ਹੀ ਖਤਮ ਹੋ ਗਈ, ਕੋਈ ਮੰਗਦਾ ਹੀ ਨਹੀਂ, ਤੇ ਫਿਰ ਉਹ ਨਾਲ ਦੀ ਨਾਲ ਜਿਹੜਾ ਮੰਗਦਾ, ਮੰਨ ਲਓ
ਰੇਸ਼ਮ ਦਾ ਕੱਪੜਾ ਮੰਗਦਾ ਤਾਂ ਰੇਸ਼ਮ ਦਾ ਕੱਪੜਾ ਬਣਾਵੇ, ਤਾਂ ਨਾਲ ਦੀ ਨਾਲ ਮਤਲਬ ਬਦਲ ਜੇ। ਦੇਖੋ ਨਵੇਂ ਨਵੇਂ ਮੌਕੇ ਆਉਂਦੇ ਨੇ, ਮੌਕਿਆਂ ਨੂੰ ਸੰਭਾਲੇ। ਮੰਨ ਲਓ ਕੋਈ ਆਫਰ ਆਉਂਦੀ ਆ ਵੀ ਇੰਨੇ ਦਾ ਮਾਲ, ਇੰਨਾ ਮਾਲ ਤਿਆਰ ਕਰੋ ਜੀ, ਠੀਕ ਹੈ, ਤੇ ਵੱਡੀ ਆਫਰ ਆਉਂਦੀ ਹੈ ਤਾਂ ਨਾਲ ਦੀ ਨਾਲ ਦੇਖੇ ਵੀ ਮੈਂ ਪ੍ਰਬੰਧਿਤ ਕਰ ਸਕਦਾ। ਮਤਲਬ ਸਮੇਂ ਦੇ ਅਨੁਸਾਰ ਢਲੇ, ਉਹਨੂੰ ਆਪਾਂ ਨਵ ਪਰਿਵਰਤਨ ਕਹਿੰਦੇ ਆ। ਤੇ ਨਵ ਪਰਿਵਰਤਨ ਤਾਂ ਹੀ ਕਰ ਸਕਦਾ ਜੇਕਰ ਉਹਨੂੰ ਖੁਦ ਨੂੰ ਜਾਣਕਾਰੀ ਹੋ। ਜਾਣਕਾਰੀ ਕਿੱਥੋਂ ਲਊਗਾ? ਨਵ ਪਰਿਵਰਤਨ ਦੀ ਮਤਲਬ ਟੈਕਨੋਲੋਜੀ ਦੀ ਜਾਣਕਾਰੀ ਜਾਂ ਕਾਸੇ ਦੀ ਵੀ, ਉਹ ਨਵੇਂ ਨਵੇਂ ਆਧੁਨਿਕ ਸਾਧਨਾਂ ਰਾਹੀਂ, ਜਿਵੇਂ ਇੰਟਰਨੈਟ ਹੋ ਗਿਆ, ਅਖਬਾਰ ਹੋ ਗਿਆ, ਮੈਗਜ਼ੀਨ ਆਦਿ ਨਾਲ ਜੁੜਿਆ ਰਹੇ, ਤਾਂ ਉਹਨੂੰ ਨਵੀਂ ਨਵੀਂ ਜਾਣਕਾਰੀ ਮਿਲਦੀ ਰਹੂਗੀ। ਚਲੋ ਆਪਾਂ ਚੱਲਦੇ ਹਾਂ 9ਵੇਂ ਪੁਆਇੰਟ ਤੇ। ਸਖਤ ਮਿਹਨਤ ਕਰਨ ਵਾਲੇ, ਤਾਂ ਦੇਖੋ ਪਤਾ ਹੀ ਆਪਾਂ ਨੂੰ, ਮਿਹਨਤੀ ਹੀ ਕਾਮਯਾਬ ਹੁੰਦਾ। ਤਾਂ ਉਹਨੂੰ ਦੇਖੋ, ਮੈਂ ਪਹਿਲਾਂ ਵੀ ਦੱਸ ਚੁੱਕਾ, ਉਦਮੀ ਦੇ ਬੜੇ ਕੰਮ ਨੇ। ਉਦਮੀ ਨੇ ਸੋਚਣਾ ਵੀ, ਉਦਮੀ ਨੇ ਕਰਨਾ ਵੀ, ਉਦਮੀ ਨੇ ਉਦਯੋਗਿਕ ਇਕਾਈ ਦੀ ਸਥਾਪਨਾ ਵੀ ਕਰਨੀ ਹੈ, ਉਦਮੀ ਨੇ ਪ੍ਰੋਡਕਟ ਦੀ ਤਿਆਰੀ ਵੀ ਕਰਾਉਣੀ ਹੈ, ਉਦਮੀ ਨੇ ਮਾਰਕੀਟ ਦੇ ਵਿੱਚ ਵੀ ਜਾ ਕੇ ਦੇਖਣਾ, ਉਦਮੀ ਨੇ ਲੋਕਾਂ ਤੋਂ ਪੈਸਾ ਵੀ ਲੈਣਾ, ਉਦਮੀ ਨੇ ਕੋਈ ਅਫਸਰ ਆ ਉਹਦੇ ਨਾਲ ਡੀਲ ਵੀ ਕਰਨਾ। ਉਦਮੀ ਦਾ ਕੰਮ ਤਾਂ ਸਾਰਾ ਦਿਨ ਹੀ ਰਹੂਗਾ। ਫੈਕਟਰੀ ਦੇ ਵਿੱਚ ਕੋਈ ਸਮੱਸਿਆ ਆ ਗਈ ਤਾਂ ਵੀ ਉਦਮੀ ਨੇ ਹੱਲ ਕਰਾਉਣੀ ਹੈ। ਤਾਂ ਇਹ ਇੰਨੀ ਮਿਹਨਤ ਵਾਲਾ ਵਿਅਕਤੀ ਹੀ ਉਦਯੋਗ ਨੂੰ ਸਫਲ ਕਰ ਸਕਦਾ। ਤਾਂ ਉਦਮੀ ਦੇ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਆ। ਪਰ ਅਸਲ ਵਿੱਚ ਦੇਖੋ, ਇੱਕ ਹੋਰ ਤੁਹਾਨੂੰ ਗੱਲ ਦੱਸਦਾ, ਕਈ ਲੋਕ ਕਹਿੰਦੇ ਨੇ ਉਦਮੀ ਤਾਂ ਉਦਯੋਗ ਦਾ ਮਾਲਕ ਆ, ਮਤਲਬ ਉਹਨੇ ਉਦਯੋਗ ਸ਼ੁਰੂ ਕਰ ਲਿਆ, ਉਦੋਂ ਬਾਅਦ ਤਾਂ ਐਸ਼ ਹੀ ਕਰਦਾ। ਪਰ ਇਹ ਗਲਤ ਫਹਿਮੀ। ਬਹੁਤ ਜ਼ਿਆਦਾ ਕੰਮ ਹੁੰਦੇ ਨੇ ਉਹਨੇ ਜਿੰਨੀ ਦੇਰ ਉਹ ਆਪ ਨਹੀਂ ਨਾ ਕੋਈ ਕੰਮ ਕਰਦਾ, ਉਨੀ ਦੇਰ ਕਰਮਚਾਰੀਆਂ ਤੋਂ ਵੀ ਕੰਮ ਨਹੀਂ ਲੈ ਸਕਦਾ। ਉਹਨੂੰ ਆਪ ਨੂੰ ਵਿੱਚ ਜੁਟਣਾ ਹੀ ਪੈਣਾ ਜੇਕਰ ਉਹ ਸਹੀ ਨਤੀਜੇ ਚਾਹੁੰਦਾ। ਤਾਂ ਉਹ ਸਿਰਫ ਤਾਂ ਹੀ ਪੋਸੀਬਲ ਆ ਜੇਕਰ ਉਹ ਮਿਹਨਤੀ ਹੋਊਗਾ। ਆਪਾਂ ਚੱਲਦੇ ਹਾਂ ਜੀ ਅਗਲੇ ਪੁਆਇੰਟ ਤੇ, ਪੜ੍ਹਿਆ ਲਿਖਿਆ। 10ਵਾਂ ਪੁਆਇੰਟ ਐਜੂਕੇਟਡ। ਇਹ ਤਾਂ ਦੇਖੋ ਪਤਾ ਹੀ ਆ, ਜਿਹੜਾ ਪੜ੍ਹਿਆ ਲਿਖਿਆ ਉਦਮੀ ਆ ਉਹ ਤਾਂ ਹਰ ਇੱਕ ਕੰਮ ਆਸਾਨੀ ਨਾਲ ਕਰ ਲੂ। ਜਿਵੇਂ ਆਪਾਂ ਉਦਾਹਰਨ ਲੈਂਦੇ ਹਾਂ, ਉਦਯੋਗ ਦੀ ਸ਼ੁਰੂਆਤ ਲਈ ਆਪਾਂ ਕੋਈ ਮੰਨ ਲਓ ਪ੍ਰਦੂਸ਼ਣ ਵਿਭਾਗ ਤੋਂ NOC ਲੈਣਾ, ਤਾਂ ਉਹ ਫਾਰਮ ਵੀ ਤਾਂ ਭਰ ਕੇ ਦੇਣਾ ਹੀ ਪਊ ਨਾ, ਤਾਂ ਉਹ ਵੀ ਉਹ ਆਪ ਹੀ ਭਰੂਗਾ। ਹੁਣ ਮਸ਼ੀਨਾਂ ਦੀ ਖਰੀਦਦਾਰੀ ਕਰ ਲਈ, ਕੈਟਾਲੋਗ ਹੁੰਦੇ ਨੇ ਜਿਹਦੇ ਵਿੱਚ ਮਸ਼ੀਨਾਂ ਬਾਰੇ ਲਿਖਿਆ ਹੁੰਦਾ, ਤਾਂ ਉਹ ਵੀ ਸਿਰਫ ਜੇ ਪੜ੍ਹਨਾ ਹੁੰਦਾ ਉਹ ਤਾਂ ਹੀ ਪੜ੍ਹੂਗਾ ਨਾ। ਸਾਰਾ ਵਿੱਤੀ ਹਿਸਾਬ, ਮਤਲਬ ਲੈਣ ਦੇਣ ਪੈਸਿਆਂ ਦਾ ਹਿਸਾਬ ਵੀ ਤਾਂ ਹੀ ਰੱਖ ਸਕੂਗਾ ਜੇਕਰ ਉਹਨੂੰ ਪੜ੍ਹਿਆ ਲਿਖਿਆ ਹੋਊਗਾ। ਮਤਲਬ ਪੜ੍ਹਾਈ ਲਿਖਾਈ ਦੇ ਤਾਂ ਸਾਰੇ ਕਿਤੇ ਮੁੱਲ ਆ। ਇਸੇ ਲਈ ਤਾਂ ਤੁਹਾਨੂੰ ਟੀਚਰਸ ਇੰਨਾ ਜ਼ੋਰ ਲਗਾਉਂਦੇ ਨੇ, ਪੜ੍ਹੋ ਬੇਟਾ, ਪੜ੍ਹੋ ਬੇਟਾ, ਪੜ੍ਹੋ। ਮਾਂ ਪਿਓ ਵੀ ਜ਼ੋਰ ਲਗਾਉਂਦੇ ਨੇ, ਪੜ੍ਹੋ ਪੜ੍ਹੋ ਪੜ੍ਹੋ। ਪੜ੍ਹਾਈ ਦੀ ਤਾਂ ਕੋਈ ਸੀਮਾ ਹੀ ਨਹੀਂ, ਤੇ ਪੜ੍ਹਾਈ ਦੇ ਲਾਭ ਕੀ ਨੇ, ਇਹਦੀ ਵੀ ਕੋਈ ਸੀਮਾ ਨਹੀਂ, ਬਹੁਤ ਜ਼ਿਆਦਾ ਲਾਭ ਨੇ। ਠੀਕ ਹੈ, ਤਾਂ ਜੇਕਰ ਉਹ ਪੜ੍ਹਿਆ ਲਿਖਿਆ ਹੋਊਗਾ ਤਾਂ ਪੜ੍ਹੇ ਲਿਖਿਆ ਲਈ ਗੱਲ ਕਰੂਗਾ, ਤਾਂ ਵਪਾਰੀਆਂ ਨਾਲ ਵੀ ਪੜ੍ਹਾਈ ਲਿਖਾਈ ਮੁਤਾਬਕ ਗੱਲ ਕਰੂਗਾ। ਤਾਂ ਹਰ ਇੱਕ ਜਗ੍ਹਾ ਤੇ ਪੜ੍ਹਾਈ ਲਿਖਾਈ ਹੀ ਕੰਮ ਆਉਣੀ ਆ। ਅੱਛਾ, ਜੇ ਪੜ੍ਹਿਆ ਲਿਖਿਆ ਤਾਂ ਉਹਨੂੰ ਮੈਨੇਜਮੈਂਟ ਦੇ ਤਰੀਕਿਆਂ ਦਾ ਪਤਾ, ਟੈਕਨੋਲੋਜੀ ਬਾਰੇ ਪਤਾ। ਜਿਹੜੇ ਸਰੋਤ ਆਪਾਂ ਦੇਖੇ ਸੀ ਇੰਟਰਨੈਟ, ਉਹਨਾਂ ਤੋਂ ਜਾਣਕਾਰੀ ਤਾਂ ਹੀ ਪ੍ਰਾਪਤ ਕਰੂ ਜੇ ਉਹਨੂੰ ਪੜ੍ਹਨਾ ਲਿਖਣਾ ਆਉਂਦਾ ਹੋ। ਤਾਂ ਉਹ ਨਵੀਆਂ ਨਵੀਆਂ ਗੱਲਾਂ ਨਾਲ ਜੁੜੂਗਾ, ਨਵੇਂ ਨਵੇਂ ਬਦਲਾਅ ਕਰੂਗਾ, ਧਨਾਤਮਕ ਬਦਲਾਅ, ਮਤਲਬ ਜਿਹੜੇ ਫਾਇਦੇ ਵਾਲੇ ਬਦਲਾਅ ਹੋਣਗੇ ਉਹ ਕਰੂਗਾ। ਤਾਂ ਸਿਰਫ ਤਾਂ ਹੀ ਜੇਕਰ ਉਹ ਪੜ੍ਹਿਆ ਲਿਖਿਆ ਹੋਊਗਾ। ਚਲੋ ਜੀ ਚੱਲਦੇ 11ਵੇਂ ਪੁਆਇੰਟ ਤੇ, ਕੰਮ ਪ੍ਰਤੀ ਸਨਮਾਨ। ਇਹ ਬੜੀ ਜ਼ਰੂਰੀ ਚੀਜ਼ ਆ। ਤੁਸੀਂ ਬਹੁਤ ਵੱਡੀ ਗਿਣਤੀ 'ਚ ਲੋਕ ਦੇਖੇ ਹੋਣਗੇ ਜਿਹੜੇ ਆਪਣੀ ਨੌਕਰੀ ਤੇ ਬੈਠੇ ਨੇ ਜਾਂ ਆਪਣਾ ਵਪਾਰ ਕਰਦੇ ਨੇ, ਉਸੇ ਨੂੰ ਗਲਤ ਕਹੀ ਜਾਂਦੇ ਨੇ ਵੀ ਉਸੇ ਤੋਂ ਖੁਸ਼ ਨਹੀਂ ਹੈਗੇ। ਜਿੰਨੀ ਦੇਰ ਖੁਸ਼ ਨਹੀਂ, ਇਨਸਾਨ ਕਾਮਯਾਬ ਕਿਵੇਂ ਕਰ ਲੂਗਾ? ਖੁਸ਼ ਤਾਂ ਹੋਊਗਾ ਜੇਕਰ ਉਹਦਾ ਕੰਮ ਪ੍ਰਤੀ ਸਨਮਾਨ ਹੋਊਗਾ। ਮਤਲਬ ਉਦਮੀ ਨੂੰ ਆਪਣੇ ਕੰਮ ਪ੍ਰਤੀ ਸਨਮਾਨ ਹੋਣਾ ਬਹੁਤ ਜ਼ਰੂਰੀ ਆ। ਇਹ ਨਹੀਂ ਹੈਗਾ ਵੀ ਕਿਸੇ ਕੋਲ ਗਿਆ ਦੂਜੇ ਨੂੰ ਕਰੀ ਜਾਓ, ਆਪਦੇ ਕੰਮ ਬਾਰੇ ਉਹ ਬਸ ਬੇਕਾਰ ਹੀ ਆ ਕੰਮ, ਤਾਂ ਆਇਆ ਨਹੀਂ। ਆਪਾਂ ਨੂੰ ਆਪਣੇ ਕੰਮ ਬਾਰੇ ਤਾਂ ਸਨਮਾਨ ਦੇਣਾ ਚਾਹੀਦਾ, ਫੇਰ ਹੀ ਲੋਕ ਸਨਮਾਨ ਕਰਨਗੇ ਨਾ। ਠੀਕ ਹੈ, ਤੇ ਜਿੰਨੇ ਲੋਕ ਨਾਲ ਜੁੜੇ ਹੁੰਦੇ ਨੇ ਉਹ ਸਿਰਫ ਤਾਂ ਹੀ ਸਨਮਾਨ ਕਰਨਗੇ ਜੇਕਰ ਉਦਮੀ ਆਪ ਸਨਮਾਨ ਕਰੂਗਾ। ਉਹਨੂੰ ਹਰੇਕ ਕੰਮ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਉਦਮੀ ਨੂੰ ਹਰੇਕ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਹੈ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਜੇਕਰ ਮੰਨ ਲਓ ਉਹਨੂੰ ਲੱਗੇ ਵੀ ਵਰਕਰ ਛੁੱਟੀ ਤੇ ਤੇ ਐਮਰਜੈਂਸੀ ਕੋਈ ਮਾਲ ਤਿਆਰ ਕਰਨਾ, ਤਾਂ ਉਹ ਖੁਦ ਮਸ਼ੀਨ ਤੇ ਖੜ ਜੇ, ਕੋਈ ਐਡੀ ਗੱਲ ਨਹੀਂ। ਐਮਰਜੈਂਸੀ ਪ੍ਰੋਡਕਟ ਤਿਆਰ ਕਰਨਾ ਤਾਂ ਖੁਦ ਮਸ਼ੀਨ ਤੇ ਖੜ ਸਕਦਾ। ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੀ ਸ਼ਾਨ ਦੇ ਖਿਲਾਫ ਆ, ਮੈਂ ਤਾਂ ਮਾਲਕ ਹਾਂ। ਫਿਰ ਅਜਿਹਾ ਮਾਲਕ ਜ਼ਿਆਦਾਤਰ ਨਹੀਂ ਕਾਮਯਾਬ ਹੁੰਦੇ। ਮਤਲਬ ਦੇਖੋਗੇ ਤੁਸੀਂ ਉਹੀ ਕਾਮਯਾਬ ਹੁੰਦੇ ਨੇ ਜਿਹੜੇ ਖੁਦ ਜੁਟਦੇ ਨੇ। ਬੜੇ ਮਿਹਨਤੀ ਲੋਕ ਦੇਖੇ ਹੋਣਗੇ ਤੁਸੀਂ, ਉਹ ਇਹਨਾਂ ਦੀ ਉਦਾਹਰਨ ਆ। ਇਹ ਸੀਗੇ 11 ਪੁਆਇੰਟ ਉਦਮੀ ਦੇ ਗੁਣਾਂ ਬਾਰੇ। ਆਪਾਂ ਕੀ ਕੁਝ ਪੜ੍ਹਿਆ? ਉਦਮੀ ਕੌਣ ਆ, ਉਦਮਤਾ ਕੀ ਆ, ਤੇ ਉਦਮੀ ਦੇ ਗੁਣ। ਦੇਖੋ, ਜੇਕਰ ਇਹਨਾਂ ਪੁਆਇੰਟਾਂ ਨੂੰ ਸਹੀ ਢੰਗ ਨਾਲ ਸਮਝਣਾ ਤਾਂ ਤੁਸੀਂ ਇਹਨਾਂ ਨੂੰ ਆਪਣੇ ਤੇ ਲੈ ਕੇ ਦੇਖੋ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਨਰਲ ਫਾਊਂਡੇਸ਼ਨ ਕੋਰਸ ਜਿਹੜਾ ਵਿਸ਼ਾ ਨਾ, ਉਹ ਕਿਉਂ ਪੜ੍ਹਾਇਆ ਜਾਂਦਾ? ਉਹ ਪੜ੍ਹਾਉਣ ਦਾ ਉਦੇਸ਼ ਸਿਰਫ ਇੱਕੋ ਹੀ ਆ ਵੀ ਤੁਸੀਂ +2 ਤੋਂ ਬਾਅਦ ਜਾਂ +2 ਦੇ ਦੌਰਾਨ ਵੀ ਆਪਣਾ ਉਦਯੋਗ ਸ਼ੁਰੂ ਕਰ ਸਕੋ, ਜਿਹਦੇ ਕਰਕੇ ਤੁਹਾਨੂੰ ਇਹ ਸਾਰੇ ਗੁਣਾਂ ਨੂੰ ਸਮਝਣਾ
ਤੁਹਾਨੂੰ ਇਹ ਸਾਰੇ ਗੁਣਾਂ ਨੂੰ ਸਮਝਣਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਜੇਕਰ ਉਦਮੀ ਦੇ ਗੁਣ ਪੈਦਾ ਕਰਾਂਗੇ ਫੇਰ ਹੀ ਆਪਾਂ ਉਦਮੀ ਬਣਾਂਗੇ। ਅੱਛਾ, ਆਪਾਂ ਵੋਕੇਸ਼ਨਲ ਲਈ ਕਿਉਂ ਆ? ਵੀ ਆਪਾਂ ਭਵਿੱਖ ਦੇ ਵਿੱਚ ਕੋਈ ਨਾ ਕੋਈ ਹੱਥੀ ਕਲਾ ਸਿੱਖਾਂਗੇ, ਹੱਥੀ ਗੁਣ ਲਵਾਂਗੇ। ਉਹਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਕੰਮ ਕਰਾਂਗੇ। ਤਾਂ ਕੰਮ ਦੀ ਸ਼ੁਰੂਆਤ ਸ਼ਾਇਦ ਤੁਸੀਂ ਕਰ ਲਓ, ਪਰ ਜੇ ਇਹਨਾਂ ਗੁਣਾਂ ਚੋਂ ਕਿਸੇ ਗੁਣ ਦੀ ਅਣਹੋਂਦ ਆ, ਮਤਲਬ ਕੋਈ ਗੁਣ ਤੁਹਾਡੇ ਦੇ ਵਿੱਚ ਨਹੀਂ ਹੈਗਾ, ਤਾਂ ਉਹਦਾ ਨੁਕਸਾਨ ਆਪਾਂ ਨੂੰ ਝੱਲਣਾ ਪੈ ਸਕਦਾ। ਕਿਉਂ? ਕਿਉਂਕਿ ਆਪਾਂ ਉਦਯੋਗ ਨੂੰ ਜਾਂ ਆਪਣੇ ਕੰਮ ਨੂੰ ਸਫਲ ਨਹੀਂ ਕਰ ਸਕਾਂਗੇ। ਇਸ ਲਈ ਸਾਰੇ ਗੁਣਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਸਮਝੋ। ਲਓ ਜੀ, ਆਪਣਾ ਅੱਜ ਦਾ ਟੌਪਿਕ ਇੱਥੇ ਹੀ ਖਤਮ। ਤੇ ਇੱਕ ਤੁਹਾਨੂੰ ਹੋਰ ਥੋੜੀ ਜਾਣਕਾਰੀ ਆ ਵੀ ਦੇਖੋ, ਜੇ ਤੁਸੀਂ ਕਰੀਅਰ ਤੇ ਕਰੀਅਰ ਜਾਂ ਵਿੱਦਿਆ ਨਾਲ ਸੰਬੰਧਿਤ, ਮਤਲਬ ਐਜੂਕੇਸ਼ਨਲ ਜਾਂ ਕੈਰੀਅਰ ਜਾਂ ਕੰਪੀਟੀਸ਼ਨਸ, ਇਹਨਾਂ ਤਿੰਨ ਪੱਖਾਂ ਚੋਂ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਤੇ ਦੂਜੀ ਗੱਲ, ਇਹ ਚੈਨਲ ਦੇ ਵਿੱਚ ਸਿਰਫ ਕੈਰੀਅਰ ਨਾਲ ਸੰਬੰਧਿਤ, ਸਿੱਖਿਆ ਨਾਲ ਸੰਬੰਧਿਤ, ਕੰਪੀਟੀਸ਼ਨ ਟੈਸਟਾਂ ਨਾਲ ਸੰਬੰਧਿਤ, ਨੌਕਰੀਆਂ ਨਾਲ ਸੰਬੰਧਿਤ ਜਾਣਕਾਰੀ ਹੀ ਆਏਗੀ। ਜੇਕਰ ਤੁਸੀਂ ਇਸ ਜਾਣਕਾਰੀ ਨੂੰ ਲਗਾਤਾਰ ਤੇ ਜਲਦੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਹੋਰ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਬਸਕ੍ਰਾਈਬ ਕਰਨ ਲਈ ਕਹੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਇਸ ਚੈਨਲ ਦਾ ਲਾਭ ਉਠਾ ਸਕਣ। ਧੰਨਵਾਦ।